11 ਤੇ 12 वचन। ਜਿਹੜੇ ਮੌਤ ਲਈ ਲੈ ਜਾਂਦੇ ਹਨ, हाँ जी, ਜਿਹੜੇ ਘਾਤ ਹੋਣ ਲਈ ਝੂਠਦੇ ਫਿਰਦੇ ਹਨ, हाँ जी, ਉਹਨਾਂ ਨੂੰ ਛਡਾਉਣ ਤੋਂ ਨਾ ਰੁਕ। उन्होंने छुड़ाने तो ना रोक। ਜੇ ਤੂੰ ਆਖੇ हाँ जी, ਲਓ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ, ਤਾਂ ਜਿਹੜਾ ਦਿਲਾਂ ਨੂੰ ਜਾਂਚਦਾ ਹੈ हाँ ਭਲਾ ਉਹ ਨਹੀਂ ਸਮਝਦਾ, ਅਤੇ ਤੇਰੀ ਜਿੰਦ ਦਾ ਰਾਖਾ ਇਹ ਨਹੀਂ ਜਾਣਦਾ ਭਲਾ ਉਹ ਆਦਮੀ ਨੂੰ ਉਹਦੀਆਂ ਕਰਨੀਆਂ ਦਾ ਫਲ ਨਾ ਦੇਵੇਗਾ। ना लो जी, समझ आई इस वचन की? 11 कटो। ਜਿਹੜੇ ਮੌਤ ਲਈ ਲੈ ਜਾਂਦੇ ਹਨ, ਜਿਹੜੇ ਘਾਤ ਹੋਣ ਲਈ ਝੂਲਦੇ ਫਿਰਦੇ ਹਨ, ਉਹਨਾਂ ਨੂੰ ਛਡਾਉਣ ਤੋਂ ਨਾ ਰੁਕ। ਅੱਗੇ ਜੇ ਤੂੰ ਆਖੇ ਲਓ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ, ਤਾਂ ਜਿਹੜਾ ਦਿਲਾਂ ਨੂੰ ਜਾਂਚਦਾ ਹੈ ਭਲਾ ਉਹ ਨਹੀਂ ਸਮਝਦਾ, ਅਤੇ ਤੇਰੀ ਜਿੰਦ ਦਾ ਰਾਖਾ ਇਹ ਨਹੀਂ ਜਾਣਦਾ ਭਲਾ ਉਹ ਆਦਮੀ ਨੂੰ ਉਹਦੀਆਂ ਕਰਨੀਆਂ ਦੇ ਅਨੁਸਾਰ ਫਲ। ਕਿਹਨੂੰ ਸਮਝ ਆਈ ਹੈ ਸਾਹਿਤ ਦੀ? ਦੱਸੋ ਕਿਹਨੂੰ ਸਮਝ ਆਈ? ਜਿਹਨੂੰ ਸਮਝ ਆਈ ਉਹ ਦੱਸੋ ਕਿਹਨੂੰ ਸਮਝ ਆਈ? नहीं समझ आई? अगली वर्ष तो यो दस दी है कि जानबूझ के अनजान बन जाना। बिल्कुल बोल ही नहीं सकते। ठीक है, 11 वर्ष तो समझाने की चाहते हैं तुम? 12 आए तो सही दसी इदा ही है। 11 वर्ष की समझाना चाहते हो? सबजैक्ट ये नहीं आ, सबजैक्ट तो अज कुछ हो रहा। ਜਿਹੜੇ ਮੌਤ ਲਈ ਲਾਏ ਜਾਂਦੇ ਨੇ, ਜਿਹੜੇ ਘਾਤ ਹੋਣ ਲਈ ਝੂਲਦੇ ਫਿਰਦੇ ਨੇ, ਉਹਨਾਂ ਨੂੰ ਬਚਾਉਣ ਤੋਂ, ਉਹਨਾਂ ਨੂੰ ਛਡਾਉਣ ਤੋਂ ਨਾ ਰੁਕ। ਪਹਿਲੇ ਤੇ ਵਰਸ ਹੈਗੀ ਆ ਪਾਸਟਰਾਂ ਲਈ ਕਿ ਜਿਹੜੇ ਨਾਸ਼ ਹੋ ਰਹੇ ਨੇ ਉਹਨਾਂ ਨੂੰ ਬਚਾਓ, ਜਿਹੜੇ ਨਾਸ਼ ਹੁੰਦੇ ਨੇ, ਜਿਹੜੇ ਮੌਤ ਵੱਲ ਜਾ ਰਹੇ ਨੇ ਉਹਨਾਂ ਨੂੰ ਬਚਾਓ, ਜਿਹੜੇ ਮਰਨ ਦੇ ਕੰਢੇ ਤੇ ਨੇ ਸ਼ਰਾਬਾਂ ਨਾਲ, ਗਲਤ ਕੰਮਾਂ ਨਾਲ, ਪਾਪ ਨਾਲ, ਨਸ਼ਿਆਂ ਨਾਲ, ਬਦਫੈਲੀਆਂ ਨਾਲ ਜਿਹੜੇ ਮਰਦੇ ਪਏ ਨੇ ਉਹਨਾਂ ਨੂੰ ਬਚਾਉਣ ਤੋਂ ਨਾ ਰੁਕ, ਛੁਡਾਉਣ ਤੋਂ ਨਾ ਰੁਕ। ਜੇ ਤੁਸੀਂ ਪ੍ਰਭੂ 'ਚ ਆ ਗਏ ਹੋ ਤੇ ਹੋਰਨਾਂ ਲੋਕਾਂ ਦਾ ਵੀ ਭਲਾ ਕਰੋ, ਉਹਨਾਂ ਨੂੰ ਵੀ ਬਚਾਓ, ਉਹਨਾਂ ਦੀ ਵੀ ਮਦਦ ਕਰੋ। ਤੇ ਜਿਹਨੇ ਸੁਣ ਲਿਆ ਤੇ ਜੇ ਉਹ ਇਹ ਨਹੀਂ ਕੰਮ ਕਰਦਾ ਤੇ ਉਹਦੇ ਲਈ ਅੱਗੇ ਆ 12। ਉਹਦੇ ਲਈ ਕੀ ਆ? ਜੇ ਤੂੰ ਆਖੇ ਵੀ ਲਓ ਜੀ ਇਸ ਗੱਲ ਦਾ ਤਾਂ ਮੈਨੂੰ ਪਤਾ ਹੀ ਨਹੀਂ ਵੀ ਬਪਤਿਸਮਾ ਵੀ ਲੈਣਾ ਸੀ। ਪਾਸਟਰ ਰਜਿੰਦਰ ਜੀ ਆ ਜਾਓ, ਇੱਧਰ ਆ ਜਾਓ, ਸਿੰਘਾਸਨ ਰੈਡੀ, ਇੱਧਰ ਆਓ। ਕਹਿੰਦਾ ਜੇ ਤੂੰ ਆਖੇ ਕਿ ਮੈਂ ਜਾਣਦਾ ਨਹੀਂ, ਸਮਝਦਾ ਨਹੀਂ, ਤੇ ਤੇਰੀ ਜਿੰਦ ਦਾ ਰਾਖਾ ਜਾਣਦਾ ਭਲਾ ਉਹ ਆਦਮੀ ਨੂੰ ਉਹਦੀ ਕਰਨੀ ਦੇ ਅਨੁਸਾਰ ਫਲ ਜਮਸੀਦ ਨਾ ਦੇਗਾ। ਹਾਲੇਲੂਇਆ। ਉੱਪਰ ਬਹਿ ਜਾਓ, ਉੱਥੇ ਬਹਿ ਜਾਓ, ਉਹ ਤੁਹਾਡਾ ਹੀ ਆ, ਬੈਠੋ। ਭਲਾ ਨਹੀਂ ਜਾਣਦਾ ਪਰਮੇਸ਼ਵਰ? ਹਾਲੇਲੂਇਆ। ਸਮਝ ਕੇ ਗੱਲ ਸਮਝਦੀ ਪਏ? ਪਰਮੇਸ਼ਵਰ ਸਭ ਕੁਝ ਜਾਣਦਾ। ਤੁਹਾਡਾ ਜਿਹੜਾ ਫਰਜ਼ ਆ ਉਹ ਤੁਸੀਂ ਨਿਭਾਓ, ਜਿਹੜਾ ਤੁਹਾਡਾ ਫਰਜ਼ ਆ, ਜੋ ਪਾਸਬਾਨਾਂ ਦਾ ਫਰਜ਼ ਆ ਕਿ ਇੱਕ ਬੰਦਾ ਨਾਸ਼ ਹੋਣ ਲਈ ਜਾ ਰਿਹਾ, ਮਰਨ ਲਈ ਜਾ ਰਿਹਾ, ਤਾਂ ਉਹਨੂੰ ਬਚਾਉਣਾ ਤੁਹਾਡਾ ਫਰਜ਼ ਬਣਦਾ, ਉਹਨੂੰ ਦੱਸਣਾ ਤੁਹਾਡਾ ਫਰਜ਼ ਬਣਦਾ। ਤੇ ਜੇ ਤੁਸੀਂ ਉਹਨੂੰ ਦੱਸਦਾ ਤੇ ਉਹ ਫਿਰ ਵੀ ਆਖੇ ਮੈਨੂੰ ਤਾਂ ਪਤਾ ਨਹੀਂ ਲੱਗਾ। ਤੋਬਾ ਵੀ ਹੁੰਦੀ ਹੈ, ਬਪਤਿਸਮਾ ਵੀ ਹੁੰਦਾ, ਪਵਿੱਤਰ ਆਤਮਾ ਵੀ ਪਾਉਣਾ, ਚਰਚ ਵੀ ਜਾਣਾ, ਚੰਗਿਆਈ ਪਾਈ ਤੇ ਦੌੜ ਗਏ। ਜੇ ਕੋਈ ਇਸ ਤਰ੍ਹਾਂ ਸੋਚੇ ਤੇ ਫਿਰ ਲਿਖਿਆ ਪ੍ਰਭੂ ਜਾਣਦਾ ਤੇ ਉਹਦੀਆਂ ਕਰਨੀਆਂ ਦਾ ਫਲ ਉਹਨੂੰ ਦੇਵੇਗਾ। ਹਾਲੇਲੂਇਆ। ਚੰਗਾਈ ਮਸਲੇ ਹੱਲ ਹੋਣਾ ਇਹ ਨੋਰਮਲ ਆ, ਹੁੰਦੇ ਹੀ ਨੇ, ਇਹ ਹੁੰਦੇ ਹੀ ਨੇ। ਪਰ ਸੋਚੋ ਜਦੋਂ ਵਾਰੀ ਆਉਂਦੀ ਪ੍ਰਭੂ ਯਿਸੂ ਮਸੀਹ ਨੂੰ ਮੁਕਤੀ ਦਾਤਾ ਗ੍ਰਹਿਣ ਕਰਨ ਦੀ, ਉਦੋਂ ਵਿਸ਼ਵਾਸੀ ਕਿਉਂ ਚਲੇ ਜਾਂਦੇ ਨੇ, ਕਿਉਂ ਦੌੜਦੇ ਨੇ? ਤੁਸੀਂ ਸਮਝਦੇ ਹੋ? ਨਾਸ਼ ਹੋਣ ਦੇ ਲਈ ਤਿਆਰ ਨੇ ਉਹ। ਦੂਸਰਾ ਵਚਨ ਹਿਜਕੀਏਲ 33 ਪਾਠ 6 ਵਚਨ। तेती पाठ 6 वचन।
ਪਰ ਜੇਕਰ ਦਾਖਾ ਤਲਵਾਰ ਨੂੰ ਆਉਂਦਾ ਹੈ ਉਹਦਾ ਵੇਖੇ ਹਾਂ ਅਤੇ ਨਰਸਿੰਘਾ ਨਾ ਫੁਕੇ ਨਾ ਭੁੱਕੇ ਅਤੇ ਲੋਕ ਖਬਰਦਾਰ ਨਾ ਕੀਤੇ ਜਾਣ ਤੇ ਲੋਕ ਖਬਰਦਾਰ ਨਾ ਕੀਤੇ ਜਾਣ ਅਤੇ ਤਲਵਾਰ ਆਵੇ ਅਤੇ ਉਹਨਾਂ ਵਿੱਚੋਂ ਕਿਸੇ ਦੇ ਪ੍ਰਾਣ ਲੈ ਜਾਵੇ ਤਾਂ ਉਹ ਆਪਣੇ ਔਗਣ ਕਰਕੇ ਲਿਆ ਗਿਆ ਹੈ ਹਾਂ ਪਰ ਮੈਂ ਉਹਦਾ ਖੂਨ ਰਾਖੇ ਦੇ ਹੱਥੋਂ ਮੰਗਾਂ। ਸੁਣੋ ਰਖਵਾਲਾ ਠਹਿਰਾਇਆ ਵੀ ਜਦੋਂ ਦੇਸ਼ ਤੇ ਕੋਈ ਭਾਰੀ ਪਵੇ ਤਲਵਾਰ ਲੈ ਕੇ ਦੁਸ਼ਮਣ ਆ ਜਾਣ ਤੇ ਤੂੰ ਕੀ ਕਰਨਾ ਵਾ ਜਲਦੀ ਨਾਲ ਨਰਸਿੰਘਾ ਵਜਾ ਦੇਣਾ ਉਹ ਨਰਸਿੰਘਾ ਵਜਾ ਦੇਣਾ ਵੀ ਸ਼ਹਿਰ ਨੂੰ ਕੀ ਪਤਾ ਲੱਗ ਜੇ ਵੀ ਤਲਵਾਰ ਲੈ ਕੇ ਦੁਸ਼ਮਣ ਆ ਗਏ ਨੇ। ਇਦਾਂ ਨਰਸਿੰਘਾ ਵੱਜਦਾ ਪਿਆ ਅੱਜ ਯੂਕਰੇਨ ਤੇ ਰਸ਼ੀਆ 'ਚ ਵੱਜਦਾ ਪਿਆ ਕੰਟੀਨਿਊ ਵੱਜਦਾ ਕਿ ਵੀ ਹਮਲੇ ਹੋ ਰਹੇ ਆ ਅਟੈਕ ਹੋ ਰਹੇ ਆ ਮਿਜ਼ਾਈਲਾਂ ਡਿੱਗਦੀਆਂ। ਉਹ ਰਾਖੇ ਦਾ ਕੰਮ ਆ ਰਖਵਾਲੇ ਦਾ ਜਿਹਨੂੰ ਖਿਲਾ ਰਿਹਾ ਉਹਨੇ ਨਰਸਿੰਘਾ ਵਜਾ ਕੇ ਉੱਚੀ ਦੱਸਣਾ ਵਾ ਕਿ ਦੁਸ਼ਮਣ ਤਲਵਾਰਾਂ ਲੈ ਕੇ ਆ ਗਏ ਜੇ ਤੁਹਾਨੂੰ ਮਾਰਨ ਲਈ ਤੇ ਜੇ ਰਾਖਾ ਭਲਵਾਨ ਸੁੱਤਾ ਹੋਵੇ ਤੇ ਤਲਵਾਰ ਆਵੇ ਤੇ ਸਾਰਿਆਂ ਨੂੰ ਵੱਢ ਜਾਵੇ ਤੇ ਲਿਖਿਆ ਜੇ ਉਹ ਨਾਸ਼ ਹੋਣਗੇ ਤੇ ਉਹਨਾਂ ਦੇ ਖੂਨ ਦਾ ਲੇਖਾ ਕਿਹਦੇ ਕੋਲ ਲਿਆ ਜਾਏਗਾ ਰਖਵਾਲੇ ਕੋਲ। ਅਸਲ 'ਚ ਇਹ ਗੱਲ ਮੈਂ ਪਾਸਟਰਾਂ ਨੂੰ ਕਹਿ ਰਿਹਾ ਪਾਸਬਾਨਾਂ ਨੂੰ ਹਾਲੇਲੂਇਆ ਅਗਵੇ ਨੇ ਜਿਹੜੇ ਐਲਡਰ ਨੇ ਡੀਕਨਸ ਨੇ ਤੁਸੀਂ ਵੀ ਹੋ ਸਕਦੇ ਹੋ ਇਹਨਾਂ 'ਚ। ਮੁੱਦਾ ਇਹ ਆ ਮੈਂ ਦੱਸਣਾ ਕੀ ਚਾਹੁੰਦਾ ਕਿ ਜਦੋਂ ਤੁਹਾਡੇ ਕੋਲ ਇੱਕ ਬਚਾਉਣ ਦਾ ਇੱਕ ਵੱਡਾ ਜ਼ਰੀਆ ਵਾ ਕਿ ਤੁਸੀਂ ਇੱਕ ਬੰਦੇ ਨੂੰ ਪਰਮੇਸ਼ਰ ਦਾ ਵਚਨ ਦੱਸ ਸਕਦੇ ਹੋ ਉਹਨੂੰ ਬਚਾਓ ਉਹ ਨਾਸ਼ ਨਾ ਹੋ ਜਾਏ ਉਹ ਬਰਬਾਦ ਨਾ ਹੋ ਜਾਏ ਨਰਕ ਨਾ ਚਲਾ ਜਾਏ ਮਰ ਨਾ ਜਾਏ ਤੇ ਉਹਨੂੰ ਬਚਾਉਣ ਦਾ ਪੂਰਾ ਯਤਨ ਕਰੋ ਉਹਨੂੰ ਬਚਾਓ। ਇੱਕ ਵਚਨ ਹੋਰ ਲੈ ਲਓ ਦੂਸਰਾ ਰਾਜਾ 7 ਪਾਠ 9 ਵਚਨ ਇੱਥੇ ਕੋੜੀਆਂ ਨੇ ਜਾ ਕੇ ਸੁਸਮਾਚਾਰ ਦਿੱਤਾ। ਹਾਂਜੀ 7 ਪਾਠ 9 ਵਚਨ ਤਾਦੋਂ ਇੱਕ ਦੂਜੇ ਨੂੰ ਆਖਣ ਲੱਗੇ ਅਸੀਂ ਚੰਗੀ ਗੱਲ ਨਹੀਂ ਕਰਦੇ ਅੱਜ ਦਾ ਦਿਨ ਖੁਸ਼ੀ ਦੇ ਸਮਾਚਾਰ ਦਾ ਦਿਨ ਅੱਜ ਦਾ ਦਿਨ ਜਿਹੜਾ ਖੁਸ਼ੀ ਦੇ ਸੁਸਮਾਚਾਰ ਦਾ ਦਿਨ ਆ ਅਤੇ ਅਸੀਂ ਚੁੱਪਚਾਪ ਹਾਂ ਅਸੀਂ ਚੁੱਪਚਾਪ ਆ ਜੇ ਅਸੀਂ ਫਜਰ ਦੇ ਚਾਨਣ ਤੋਂ ਹੁਣ ਤਾਈਂ ਠਹਿਰੇ ਰਹੀਏ ਹਾਂ ਤਾਂ ਸਾਡੇ ਉੱਤੇ ਕੋਈ ਬਵਾ ਆਵੇਗੀ। ਹੁਣ ਆਓ ਅਸੀਂ ਜਾ ਕੇ ਪਾਤਸ਼ਾਹ ਦੇ ਘਰਾਣੇ ਨੂੰ ਖਬਰ ਦਈਏ। ਹਾਂ ਅਸੀਂ ਖਬਰ ਦਈਏ ਵੀ ਦੁਸ਼ਮਣ ਗਏ ਨੇ ਭੱਜ ਇਹ ਕੋੜੀਆਂ ਨੇ ਖਬਰ ਦਿੱਤੀ ਕਿ ਦੁਸ਼ਮਣ ਗਏ ਜੇ ਭੱਜ ਤੇ ਤੰਬੂ ਹੋ ਗਏ ਖਾਲੀ ਤੇ ਬੜਾ ਰਾਸ਼ਨ ਜੇ ਉੱਥੇ ਹੈ ਬੜਾ ਰਾਸ਼ਨ ਜੇ ਤੰਬੂ ਹੋ ਗਏ ਖਾਲੀ ਤੇ ਖੁਸ਼ੀ ਦੀ ਖਬਰ ਕਹਿੰਦਾ ਆਪੇ ਹੀ ਖਾ ਕੇ ਦੌੜ ਜਾਈਏ ਲੁਕ ਜਾਈਏ ਰਾਸ਼ਨ ਦਬਾ ਲਈਏ ਤੇ ਚੰਗੀ ਗੱਲ ਇਹ ਆ ਕਿ ਜਾ ਕੇ ਰਾਜੇ ਨੂੰ ਇਹ ਖੁਸ਼ੀ ਦੀ ਖਬਰ ਦਸੀਏ ਵੀ ਵਿਰੋਧੀ ਦੌੜ ਗਏ ਜੇ ਤੇ ਤੁਸੀਂ ਜਿੱਤ ਗਏ ਜੇ ਤੇ ਚਲੋ ਸਾਰੇ ਤੰਬੂਆਂ ਚੋਂ ਰਾਸ਼ਨ ਇਕੱਠਾ ਕਹਿੰਦੇ ਇਹ ਖਬਰ ਲੁਕਾ ਕੇ ਨਹੀਂ ਰੱਖਣੀ ਇਹ ਦੱਸਣੀ ਆ ਸਵੇਰ ਚੜ੍ਹਦੇ ਤੱਕ ਸਾਡੇ ਤੇ ਕਸ਼ਟ ਆ ਜੂਏ ਖਬਰ ਦੱਸਣੀ ਆ। ਸੁਣੋ ਅੱਜ ਦਾ ਜਿਹੜਾ ਸਾਡਾ ਵਿਸ਼ੇ ਆ ਉਹ ਹੈ ਜਿਹੜਾ ਸਾਡਾ ਸਰੀਰ ਆ ਤੰਬੂ ਜਿਹਾ ਸਰੀਰ ਆ ਜਿਹੜਾ ਉਸ ਦੇ ਵਿਸ਼ੇ 'ਚ ਅੱਜ ਮੈਂ ਤੁਹਾਨੂੰ ਦੱਸਣ ਲੱਗਾ। ਜਿਹੜਾ ਸਾਡਾ ਸਰੀਰ ਆ ਤੰਬੂ ਦੀ ਤਰ੍ਹਾਂ ਵਾ ਤੇ ਬਾਈਬਲ ਉਹਦੇ ਵਿੱਚ ਕੁਝ ਸਾਨੂੰ ਦੱਸਣਾ ਚਾਹੁੰਦੀ ਆ ਕੁਝ ਸਿਖਾਉਣਾ ਚਾਹੁੰਦੀ ਹੈ। ਇਹ ਮੈਂ ਵਚਨ ਇਸ ਕਰਕੇ ਦੱਸੇ ਆ ਕਿ ਮੇਰਾ ਫਰਜ਼ ਬਣਦਾ ਤੁਹਾਨੂੰ ਅਲਰਟ ਕਰਨਾ ਰਖਵਾਲੇ ਦਾ ਫਰਜ਼ ਬਣਦਾ ਅਲਰਟ ਕਰਨਾ। ਜੇ ਮੈਂ ਅਲਰਟ ਨਹੀਂ ਕਰਦਾ ਮੈਂ ਤੁਹਾਨੂੰ ਨਹੀਂ ਦੱਸਦਾ ਤੇ ਫਿਰ ਇੱਕ ਵਿਸ਼ਵਾਸੀ ਇੱਕ ਆਮ ਬੰਦਾ ਨਾਸ਼ ਤੇ ਹੋਏਗਾ ਪਰ ਉਹਦਾ ਹਿਸਾਬ ਕਿਤਾਬ ਰਾਖੇ ਕੋ ਲਿਆ। ਇਸ ਲਈ ਮੇਰਾ ਫਰਜ਼ ਬਣਦਾ ਕਿ ਮੈਂ ਤੁਹਾਨੂੰ ਪ੍ਰਚਾਰ ਕਰਾਂ ਸਾਫ਼ ਪ੍ਰਚਾਰ ਕਰਾਂ ਤੇ ਸਿੱਧਾ ਕਰਾਂ ਕਲੀਅਰ ਗੱਲ ਦੱਸਾਂ ਤੁਹਾਨੂੰ ਯਿਸੂ ਮਸੀਹ ਦੇ ਵਚਨ ਦੇ ਵਿੱਚੋਂ ਕਿ ਇਹ ਮੁੱਦਾ ਫਿਰ ਤੁਸੀਂ ਜ਼ਿਆਦਾ ਬਲੈਸਡ ਹੋਵੋਗੇ ਜ਼ਿਆਦਾ ਬਰਕਤ ਪਾਓਗੇ ਫਿਰ ਤੁਸੀਂ ਜ਼ਿਆਦਾ ਆਸ਼ੀਰਵਾਦ ਪਾਓਗੇ। ਤੇ ਚਲੋ ਸ਼ੁਰੂ ਕਰਦੇ ਹਾਂ ਅਸੀਂ ਕੁਰੰਥੀਆਂ 'ਚ ਚੱਲਦੇ ਹਾਂ। ਪੰਜ ਪਾਠ ਦੂਸਰਾ ਕੁਰੰਥੀਆਂ 1 ਵਚਨ ਤੋਂ ਲੈ ਕੇ 5 ਤੱਕ ਪੜ੍ਹ ਲਓ ਧਿਆਨ ਦੇ ਨਾਲ ਪੜ੍ਹੋ ਤੇ ਸੁਣੋ।
ਅਸੀਂ ਜਾਣਦੇ ਹਾਂ ਭਾਈ ਜੇ ਸਾਡਾ ਤੰਬੂ ਜਿਹਾ ਘਰ ਜਿਹੜਾ ਧਰਤੀ ਤੇ ਹੈ ਹਾਂਜੀ ਢਹਿ ਪਵੇ ਤਾਂ ਪਰਮੇਸ਼ਵਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨਾਂ ਹੱਥ ਲਾਏ ਅਟਲ ਅਤੇ ਜਿਹੜਾ ਸਵਰਗ ਵਿੱਚ ਬਣਾਇਆ ਹੈ ਬਿਨਾਂ ਹੱਥ ਲਾਏ ਅਟਲ ਤੇ ਸਵਰਗ ਵਿੱਚ ਬਣਿਆ ਹੈ ਕਿਉਂ ਜੋ ਇਸ ਵਿੱਚ ਅਸੀਂ ਤਾਂ ਹੌਕੇ ਭਰਦੇ ਹਾਂ ਅਤੇ ਤਰਸਦੇ ਹਾਂ ਭਾਈ ਆਪਣੇ ਵਿਸਰੇ ਹੋਏ ਨੂੰ ਜਿਹੜਾ ਸਵਰਗੋਂ ਹੈ ਉਦਾਲੇ ਲੈ ਲਈਏ ਤਾਂ ਜੋ ਅਸੀਂ ਪਹਿਨੇ ਹੋਏ ਹੋ ਕੇ ਨੰਗੇ ਨਾ ਪਾਏ ਜਾਈਏ ਹਾਂਜੀ ਕਿਉਂ ਜੋ ਅਸੀਂ ਜਿਹੜੇ ਇਸ ਤੰਬੂ ਵਿੱਚ ਹਾਂ ਭਾਰ ਦੇ ਦੱਬੇ ਹੋਏ ਹਾਂ ਹਾਂਜੀ ਹੌਕੇ ਭਰਦੇ ਹਾਂ ਅਸੀਂ ਇਹ ਤਾਂ ਨਹੀਂ ਚਾਹੁੰਦੇ ਭਾਈ ਇਸ ਨੂੰ ਲਾ ਸੁੱਟੀਏ ਸਗੋਂ ਇਹ ਜੋ ਉਸ ਨੂੰ ਦੁਆਰੇ ਲੈ ਲਈਏ ਹਾਂਜੀ ਭਾਈ ਕਿਹੜਾ ਮਰਨਹਾਰ ਹੈ ਉਹ ਜੀਵਨ ਨਾਲ ਭਖ ਲਿਆ ਜਾਵੇ ਅਤੇ ਜਿਹਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਹੈ ਸੋ ਪਰਮੇਸ਼ਵਰ ਹੈ ਜਿਹਨੇ ਸਾਨੂੰ ਆਤਮਾ ਦੀ ਸਾਈ ਦਿੱਤੀ ਹੈ ਆਮੀਨ ਹਾਲੇਲੂਇਆ बोलो यीशु मसीह का नाम की ऊपर वही कट लो वर्ष पहली 5 दी अखी ਅਸੀਂ ਜਾਣਦੇ ਹਾਂ ਵੀ ਸਾਡਾ ਤੰਬੂ ਜਿਹਾ ਘਰ ਜਿਹੜਾ ਧਰਤੀ ਉੱਤੇ ਹੈ ਢਹਿ ਪਵੇਗਾ ਤਾਂ ਪਰਮੇਸ਼ਰ ਤੋਂ ਸਾਨੂੰ ਇੱਕ ਘਰ ਮਿਲੇਗਾ ਜੋ ਬਿਨਾਂ ਹੱਥ ਲਾਇਆ ਅਟਲ ਅਤੇ ਸਵਰਗ ਵਿੱਚ ਬਣਿਆ ਹਾਲੇਲੂਇਆ ਇੱਥੇ ਪ੍ਰਭੂ ਦਾ ਦਾਸ ਸੰਤ ਪਲੂਸ ਕਿਹਨੂੰ ਕਹਿੰਦਾ ਘਰ ਸਾਨੂੰ ਸਾਡੀ ਦੇਹ ਨੂੰ ਸਾਡੇ ਸਰੀਰ ਨੂੰ ਕੀ ਕਹਿੰਦਾ ਹੈ ਘਰ ਕਿਹੜਾ ਵਾ ਕਿਹੜਾ ਬਈ ਇਹ ਤੰਬੂ ਵਰਗਾ ਵਾ ਇਹ ਜਿਹੜਾ ਸਾਡਾ ਸਰੀਰ ਰੂਪੀ ਘਰ ਆ ਇਹ ਤੰਬੂ ਵਰਗਾ ਘਰ ਆ ਕੋਈ ਭੁਲੇਖੇ ਚ ਨਾ ਰਹਿ ਜੀ ਵੀ ਇਹ ਬੜਾ ਪੱਕਾ ਵਾ ਇਹ ਤੰਬੂ ਜਿਹਾ ਵਾ ਤੰਬੂ ਨੂੰ ਬਾਂਸ ਲਾਏ ਜਾਂਦੇ ਆ ਰੱਸੀਆਂ ਬੰਨੀਆਂ ਜਾਂਦੀਆਂ ਤੇ ਤੰਬੂ ਨੂੰ ਖੜਾ ਕੀਤਾ ਜਾਂਦਾ ਇਦਾਂ ਹੀ ਆ ਜੀ ਆ ਲੈਂਟਰ ਹੋਰ ਚੀਜ਼ ਆ ਤੰਬੂ ਹੋਰ ਚੀਜ਼ ਆ ਤੰਬੂ ਕਦੀ ਲਾਇਆ ਤੁਸੀਂ ਵੇਖਿਆ ਕਦੀ ਟੈਂਟ ਤੰਬੂ ਲੱਗਾ ਵੇਖਿਆ ਕਦੀ ਫੌਜੀ ਲਾਉਂਦੇ ਹੋ ਤੰਬੂ ਨੂੰ परमेश्वर के दास ने कहा कि साडा तंबू जिहा घर एक दिन टठेगा किते तुसी भुलेखे च ना रहो तुसी इस घर दे उत्ते ना ट्रस्ट करो ये मरनहार देही आ 5 आज तक साफ लिखा भी कुछ भी नहीं आ ये तंबू जिहा घर कदे भी तंबू उखड़ जाएगा तंबू फट सकता तंबू पुराना हो जाएगा ज्यादा लंबी उम्र नहीं है तंबू दी तंबू थोड़ी देर ਲਈ आ लेकिन ये तंबू जाएगा वेट करो असली तंबू दी स्वर्ग दे विच असली घर तुहानू मिलेगा स्वर्ग विच एक शरीर मिलेगा स्वर्ग च वधिया शरीर मिलेगा तुहानू जिहड़ा बिना हथ लाया बनिया स्वर्ग दे विच जिहड़ा तुहानू तंबू मिलना वधिया उस दा इंतजार करो हालेलुया लिखिया असीं ओनू उडीकदे ते तरसदे हां लिखिया इस तंबू दे घर दे विच असीं बड़ा तरसदे हां बड़े लाचार हां बड़ा रोने आ बड़ा कल्पदे आ पर परमेश्वर वालों सानू एक वधिया घर स्वर्ग दे विच मिलने वाला इस तंबू दे घर ते इस शरीर दे उत्ते तुसी किन्ना ट्रस्ट करदे हो किन्ना यकीन करदे हो इत्थों तक कि तुसी कहावतां पाउंदे हो बंदे दा की पता जी दिने क्या शाम नूं मुड़ना के नहीं मुड़ना की पता सुता वा सवेरे उठे ही ना इदां दी गल्लां करदे हो ना तुसी इहदा मतलब तुहानू पता वा पर अज तुहानू मैं दस्सण लगा बाइबल दे विचों प्रभु दे दास संत पलूस ने तंबू दे बारे क्यों कहा क्योंकि संत पलूस दा जिहड़ा काम सीगा वो तंबू बनाउंदा सी तंबू रिपेयर करदा सी नवें तंबू भी बनाउंदा सी सेवकाई दे नाल नाल वो तंबू भी बनाउंदा सी सेवकाई दे नाल नाल वो काम करदा सी हुण दे से पास्टर कहंदे नहीं 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 काम करन दी लोड़ नहीं आ लेकिन बहुत सारे खुदा दे खादम जिहड़े सी वो काम करदे सी नाल नाल अपणियां जरूरतां नूं पूरीआं करदे सी अपने परिवार दीआं जरूरतां नूं पूरीआं करदे सी वो किसी दे हत्थ वल नहीं सी देखदे संत पलूस की जो तुसीं हिस्टरी पढ़दे हो तो तंबू बनाउंदा सी बहुत सारे चेले बिजनेस करदे सीगे उस तरह ही प्रभु का दास कहन दिया जो तंबू जिहा घर जो टठेगा तो स्वर्ग दे विच प्रभु वालों एक वधिया जिहड़ा वो घर सानू मिलेगा यानी शरीर वधिया मिलेगा मरनहार नहीं बल्कि वो देही जिहड़ी कदे मरेगी नहीं वो तंबू जिहड़ा पुट्टिया ना जाएगा
स्वर्ग दे विच बिना हथ लाया वो स्वर्गी तंबू तैयार होणगे, वधिया तंबू तैयार होणगे। परमेश्वर दे वचन च चलदे हैं अगे असी पढ़ते हाँ अयूब दी पोथी। ग्यारह पाठ 13 ते 14 वचन। 11 पाठ 13 ते 14 वचन। तू तो अपना कष्ट भुल जाएगा। नहीं 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 11 पाठ 13 ते 14। जे तू अपने दिल नूं हाँ जे तू अपने दिल नूं सुधारे सुधारे ਅਤੇ ਉਹਦੇ ਅੱਗੇ ਆਪਣੇ ਹੱਥ ਅੱਡੇ अड्डे ਜੇ ਤੇਰੇ ਹੱਥ ਵਿੱਚ ਬਦੀ ਹੋਵੇ हाँ ਤਾਂ ਉਹਨੂੰ ਦੂਰ ਕਰ जे तेरे हाथ चों बदी तो उन्होंने दूर कर ਅਤੇ ਬਰਿਆਈ ਤੇਰੇ ਤੰਬੂ ਵਿੱਚ ਨਾ ਵਸੇ। ते बुराई तेरे तंबू विच ना वसे। वो पहली आयत चों ने दिल दा जिक्र किया ना, पहली वर्ष च दिल दा जिक्र आया। किनू कह रहे हो? तुहाडे शरीर रूपी शरीर नूं तंबू कह रहे हो कि बुराई तेरे तंबू दे विच ना रवे, तेरे दिल दे विच बुराई ना रवे। तुहाडा जिहड़ा शरीर रूपी तंबू आ परमेश्वर चाहुंदे हन कि तुहाडे तंबू दे विच किसी भी तरह की बीमारी ना रहे, कोई कलेश ना रहे, कोई कष्ट ना रहे, कोई बुराई ना रहे, कोई पाप ना रहे, कोई अवगुण ना रहे, वो तुहाडे शरीर चों बाहर जान। बाइबल कहती आ तुसी अपने तंबू नूं साफ करो। तुहाडे तंबू चों जिहड़ी बदी आ जिहड़ी बुराई आ वो बाहर जानी चाहिए। तुहाडे तंबू दे विच किसी भी तरह की बुराई नहीं रहनी चाहिए। जो असी यहोशुआ 7 पाठ पढ़ते हैं उत्थे अकान नाम के एक मनुख ने की किया। मैं जल्दी ना तुहानूं वचन पढ़ा के बाद च डिटेल च जाना कि मैं तुहानूं कहना की चाहुंदा। 7 पाठ 1 वचन 17 नहीं यहोशुआ। पर इस्राएलियों ने मनसी हुई चीज विके हाँ। अपराध कीता। मनसी हुई चीज़ों के विखे अपराध किया। खुदा ने मना किया मनसियां चीज़ां नहीं लियाउणियां घर। क्यों जो जहर दे पड़पोते जब्दी दे पोते हाँ। अते कर्मी दे पुत्र अकान नूं जेड़ा यहूदा दे गोत्र दा सी हाँ। वो मनसी हुई चीज विचों कुछ लिया लियाया अते यहोवा दा क्रोध इस्राएलियों उत्ते पड़ गया। ते खुदा दा क्रोध इसराइलियां ते भड़क उठिया। तां योशुआ ने यरीहो तो आई। बस बस इत्थे रुको हुण। हालेलुया हालेलुया। हालेलुया। मैं जिहड़ी गल पढ़ाउणी आ उहदे ते आउणा सी। पढ़ो तुसी 7 दी 13 तो पढ़ो। 7 दी तुसी 1-2 पढ़ी हुण 13 पढ़ो। उठ ते लोकां नूं पवित्र कर उठ लोकां नूं पवित्र कर अते तू आके अपने आप नूं हाँ भलके लई पवित्र करो। पवित्र करो अपने आप नूं। क्यों जो यहोवा इस्राएल दा परमेश्वर इउं आखदा हाँ जी कि हे इस्राएल तुहाडे विच मनसी होई चीज है। हाँ जी तुसी अपने वैरियां दे सामने खलो ना सको। तुसीं अपने बैरी दे सामने खलो नहीं सकोगे जद तक तुसी अपनी मनसी होई चीज नूं अपने विचों कढ ना दिओ। जद तक तुसीं अपनी मनसी हुई चीज़ नूं अपने विचों कढ ना दिओ। मनसी हुई चीज़ कौन सी ते अकान ने की कीता सी? 20 आयत 20 अकान ने कीता की? अकान ने यहोशुआ नूं उत्तर दिता तां अकान ने यहोशुआ नूं उत्तर दिता मैं सचमुच यहोवा इस्राएल दे परमेश्वर दा पाप कीता मैं सचमुच यहोवा इस्राएल दे परमेश्वर दा पाप कीता। अते मैं इउं कीता है। मैं इंज कीता मैं लुट विच एक सन्याल देश दा सोना चोगा किठा मैं एक सोहना चोगा लिआंदा वा अते 200 रुपए चांदी ते 200 रुपए की चांदी अते 50 तोले तोल विच सोना सोने की इट। मैं मैनू लोभ आ गया। हाँ। मैं उन्हां नूं चुक लिया। हाँ। अते वेखो वो तंबू दे विचकार धरती विच दबे हुए हैं। हाँ अकान हाँ जी हाँ जी अते चांदी उस दे है। हाँ आमीन हालेलुया। अकान की कहंदा यहोशुआ नूं अपने पास्टर नूं की कहंदा? कहंदा यहोशुआ जी संत जी मैं पाप कीता परमेश्वर दे विरुद्ध ते जिहड़ी मनसी हुई चीज़ां जंग चों लिआंदे सी। पीटर तू सारी फौज कित्थे लैके तुर पिया? सारे ने जाओ बैठो। मैंने बंदे बड़े अपने अंडर रखे ने। हालेलुया यीशु मसीह के नाम की। अकान ने कहा
ਯਹੋਸ਼ੂਆ ਨੂੰ ਕਿ ਮੈਂ ਖੁਦਾ ਦੇ ਵਿਰੁੱਧ ਪਾਪ ਕੀਤਾ। ਤੇ ਪਾਪ ਇਹ ਆ ਕਿ ਜਿਹੜੀਆਂ ਜੰਗ ਚੋਂ ਜਿੱਤੀਆਂ ਹੋਈਆਂ ਚੀਜ਼ਾਂ ਲਿਆਂਦੀਆਂ ਸੀ, ਮਨਸੀਆਂ ਹੋਈਆਂ ਚੀਜ਼ਾਂ ਵੀ, ਉਹਨਾਂ ਚੋਂ ਮੈਂ 3 ਚੀਜ਼ਾਂ ਲਿਆ ਕੇ ਆਪਣੇ ਤੰਬੂ 'ਚ ਲਗਾ ਲਈਆਂ। ਕਿਹੜੀ? ਇੱਕ ਚੋਗਾ, ਕੀਮਤੀ ਚਾਂਦੀ ਦਾ ਚੋਗਾ, ਬੜਾ ਵਧੀਆ, 200 ਰੁਪਏ ਚਾਂਦੀ, 50 ਤੋਲਾ ਸੋਨਾ ਤੇ ਇੱਕ ਇੱਟ। ਉਹੀ ਸੋਨੇ ਦੀ ਇੱਟ। ਉਹ ਇੱਟ ਦੀ ਇਹ ਕੀਮਤ ਸੀ 50 ਤੋਲਾ ਤੋਲ ਵਿੱਚ ਸੋਨੇ ਦੀ ਇੱਕ ਇੱਟ। 50 ਤੋਲੇ ਸੋਨੇ ਦੀ ਇੱਕ ਇੱਟ ਵਾ, ਤੇ ਕੱਪੜੇ ਆ, ਵਸਤਰ ਬਹੁਤ ਸੋਹਣੇ, ਤੇ ਚਾਂਦੀ ਮੈਂ ਲਿਆ ਕੇ ਤੇ ਕਿੱਥੇ ਲਗਾ ਲਈ ਆ? ਹੁਣ ਉਹਨੂੰ ਸਜ਼ਾ ਮਿਲੀ, ਉਹਨੂੰ ਮਾਰ ਦਿੱਤਾ ਗਿਆ, ਨਾਸ਼ ਹੋ ਗਿਆ। ਉਹਨੂੰ ਸਜ਼ਾ ਮਿਲੀ, ਖੁਦਾ ਨੇ ਸਜ਼ਾ ਦਿੱਤੀ। ਯਹੋਸ਼ੂਆ ਨੇ ਕਿਹਾ ਤੂੰ ਪਾਪ ਕੀਤਾ। ਅਸੀਂ ਕੀ ਪੜਿਆ ਅਯੂਬ 'ਚ ਕਿ ਤੂੰ ਆਪਣੇ ਤੰਬੂ 'ਚੋਂ ਬਦੀ ਨੂੰ ਬਾਹਰ ਕੱਢ। ਤੇਰੇ ਤੰਬੂ 'ਚ ਬੁਰਾਈ ਨਾ ਰਹੇ, ਤੇਰੇ ਤੰਬੂ 'ਚ ਬਦੀ ਨਾ ਰਹੇ। ਤੇ ਪਰਮੇਸ਼ਵਰ ਇਹ ਚਾਹੁੰਦੇ ਨੇ ਕਿ ਤੁਹਾਡੇ ਤੰਬੂ ਦੇ ਵਿੱਚ, ਤੁਹਾਡੇ ਸਰੀਰ ਰੂਪੀ ਤੰਬੂ 'ਚ ਕੋਈ ਇਹੋ ਜਿਹੀ ਬੁਰਾਈ, ਕੋਈ ਇਹੋ ਜਿਹੀ ਚੀਜ਼ ਨਾ ਹੋਵੇ ਜਿਹਦੇ ਤੋਂ ਪਰਮੇਸ਼ਵਰ ਨਾਰਾਜ਼ ਹੋਵੇ ਤੇ ਨਾਸ਼ ਵੱਲ ਅਸੀਂ ਚਲੇ ਜਾਈਏ। ਪਰਮੇਸ਼ਵਰ ਨਹੀਂ ਚਾਹੁੰਦੇ। ਬਾਈਬਲ ਕਹਿੰਦੀ ਆ ਜਿਸ ਵੇਲੇ ਯਿਸੂ ਮਸੀਹ ਆਪਣੇ ਚੇਲਿਆਂ ਦੇ ਨਾਲ ਪਹਾੜ ਤੇ ਗਿਆ ਤੇ ਉੱਥੇ ਮੂਸਾ ਤੇ ਏਲੀਆ ਯਿਸੂ ਮਸੀਹ ਨਾਲ ਗੱਲਾਂ ਕਰਦੇ ਸੀ। ਗੱਲਾਂ ਕੀ ਕਰਦੇ ਸੀ? 17 ਪਾਠ ਮੱਤੀ ਦੀ ਇੰਜੀਲ 'ਚ ਪੜ੍ਹਨ ਦੀ ਲੋੜ ਨਹੀਂ। ਕੀ ਗੱਲਾਂ ਕਰਦੇ ਸੀ? ਯਿਸੂ ਮਸੀਹ ਦੀ ਮੌਤ ਦੀਆਂ, ਕਿ ਤੂੰ ਕਿਵੇਂ ਕੂਚ ਕਰਨਾ, ਕਿਵੇਂ ਤੈਨੂੰ ਮਾਰਿਆ ਜਾਏਗਾ, ਕਿਵੇਂ ਤੂੰ ਜੀ ਉੱਠ ਕੇ ਸਵਰਗ ਨੂੰ ਜਾਏਗਾ, ਕਿੰਨੇ ਲੋਕ ਤੈਨੂੰ ਮਾਰਨ ਵਾਲੇ ਹੋਣਗੇ, ਕਿਵੇਂ ਤੂੰ ਸਲੀਬ ਤੇ ਚੜੇਗਾ, ਤੂੰ ਆ ਗੱਲਾਂ ਬੋਲੇਗਾ। ਉਹ ਸਾਰੀਆਂ ਗੱਲਾਂ ਦੇ ਬਾਰੇ ਉਹ ਗੱਲਬਾਤ ਕਰ ਰਹੇ ਸੀ। ਕਿਵੇਂ ਤੈਨੂੰ ਕਸ਼ਟ ਦਿੱਤਾ ਜਾਏਗਾ, ਯਿਸੂ ਮਸੀਹ ਦੀ ਬਾਰੇ ਸਾਰੀ ਡਿਟੇਲ ਗੱਲਬਾਤ ਯਿਸੂ ਮਸੀਹ ਨਾਲ ਕੀਤੀ ਜਾ ਰਹੀ ਸੀ। ਪੂਰੀ ਡਿਟੇਲ ਦੱਸ ਰਹੇ ਸੀ ਉਸ ਪਹਾੜ ਦੇ ਉੱਤੇ। ਤੇ ਚੇਲਿਆਂ ਦਾ ਧਿਆਨ ਕਿੱਧਰ ਚਲਾ ਗਿਆ? ਕਹਿੰਦੇ ਪ੍ਰਭੂ ਜੀ ਜੇ ਤੂੰ ਆਖੇ ਤੇ ਅਸੀਂ ਇੱਥੇ 3 ਤੰਬੂ ਬਣਾਈਏ, ਇੱਕ ਤੇਰੇ ਲਈ ਤੇ ਇੱਕ ਏਲੀਆ ਲਈ ਤੇ ਇੱਕ। ਸਵਰਗੀ ਬਾਣੀ ਆਈ, ਉੱਥੇ ਬੱਦਲ ਆ ਗਏ ਤੇ ਬੱਦਲਾਂ 'ਚੋਂ ਆਵਾਜ਼ ਆਈ, ਉਹ ਆਪਣੇ ਤੰਬੂਆਂ ਦੇ ਮਗਰ ਨਾ ਲੱਗੇ ਰਹੋ, ਇਹ ਮੇਰਾ ਪਿਆਰਾ ਪੁੱਤਰ ਹੈ, ਤੁਸੀਂ ਸਿਰਫ ਇਹਦੀ ਸੁਣੋ, ਆਪਣੀ ਨਾ ਮੰਨੋ ਬਲਕਿ ਇਹਦੀ ਸੁਣੋ। ਤੁਹਾਡਾ ਸਰੀਰ ਰੂਪੀ ਤੰਬੂ ਆ ਜਿਹੜਾ, ਇਹਦੇ ਵਿੱਚ ਪ੍ਰਭੂ ਬੁਰਾਈ ਨਹੀਂ ਚਾਹੁੰਦੇ। ਇਹਦੇ ਵਿੱਚ ਚਾਹੁੰਦੇ ਨੇ ਪ੍ਰਭੂ ਤੁਸੀਂ ਬੁਰਾਈ ਨੂੰ ਬਾਹਰ ਕੱਢੋ, ਗੰਦਗੀ ਨੂੰ ਬਾਹਰ ਕੱਢੋ। ਇਹ ਬੁਰਾਈ, ਇਹ ਪਾਪ ਅਕਾਨ ਦੀ ਤਰ੍ਹਾਂ ਤੁਹਾਡੇ ਜੀਵਨ 'ਚ ਨਹੀਂ ਹੋਣਾ ਚਾਹੀਦਾ। ਮਨਸੀਆਂ ਹੋਈਆਂ ਚੀਜ਼ਾਂ ਰੱਖਦੇ ਹੋ ਤੁਸੀਂ, ਮਨਸੀਆਂ ਹੋਈਆਂ ਚੀਜ਼ਾਂ ਖਾਂਦੇ ਹੋ। ਕਈ ਵਾਰੀ ਮੈਂ ਕਈ ਘਰਾਂ 'ਚ ਜਗ੍ਹਾ ਚੁੱਕਣ ਗਿਆ, ਜਗ੍ਹਾ ਚੁੱਕੀ, ਪਰ ਉਹ ਕਹਿੰਦੇ ਤੁਸੀਂ ਪਰਸੋਂ ਆਇਆ ਸੀ, ਪਰਸੋਂ ਜਗ੍ਹਾ ਚੁਕਾਵਾਂਗੇ। 2 ਦਿਨ ਦੇ ਵਿੱਚ ਕੀ ਕਰਦੇ ਨੇ, ਉੱਥੇ ਜਿਹੜੇ ਕੀਮਤੀ ਚੀਜ਼ਾਂ ਚੁੱਕ ਕੇ ਤੇ ਰੱਖ ਲੈਂਦੇ ਨੇ। ਪੂਜਾ ਪਾਜਾ ਵੀ ਕਰ ਲੈਂਦੇ, ਬਾਬੇ ਕੋਲ ਮਾਫੀ ਮੰਗ ਲੈਂਦੇ ਨੇ, ਕੀਮਤੀ ਚੀਜ਼ਾਂ ਲੁਕਾ ਲੈਂਦੇ। ਤੇ ਬਾਕੀ ਕਹਿੰਦੇ ਹੁਣ ਤੁਸੀਂ ਦੱਸੋ, ਤੁਸੀਂ ਸੋਚੋ, ਅਸੀਂ ਮਨਸੀਆਂ ਚੀਜ਼ਾਂ ਨੂੰ ਮਨਾ ਕਰਨ ਦੇ, ਅਸੀਂ ਮਨਸੀਆਂ ਚੀਜ਼ਾਂ ਨੂੰ ਕੀ ਕਰਾਂਗੇ ਰੱਖ ਕੇ? ਅਸੀਂ ਕੀ ਕਰਾਂਗੇ? ਅਸੀਂ ਕਿਉਂ ਰੱਖਾਂਗੇ ਉਹਨਾਂ ਨੂੰ? ਉਹਨਾਂ ਦਾ ਲਾਲਚ ਉਹਨਾਂ ਨੂੰ ਫਸਾ ਦਿੰਦਾ। ਫਿਰ ਕਹਿੰਦੇ ਪਾਸਟਰ ਜੀ ਭੂਤ ਨਹੀਂ ਚੰਗੀ ਤਰ੍ਹਾਂ ਗਿਆ, ਪ੍ਰੋਬਲਮ ਅਜੇ ਵੀ ਹੈਗੀ ਆ, ਅਸਰ ਅਜੇ ਵੀ ਹੈਗਾ ਵਾ। ਉਹ ਕਿਉਂ ਵਾ? ਤੁਸੀਂ ਹੁਣ ਸਮਝ ਗਏ ਕਿ ਤੰਬੂ ਦੇ ਵਿੱਚ ਬੁਰਾਈ ਆ, ਤੰਬੂ ਦੇ ਵਿੱਚ ਗੁਨਾਹ ਵਾ। ਮੈਂ ਤੁਹਾਡੇ ਦੁਨਿਆਵੀ ਘਰ ਤੰਬੂ ਨੂੰ ਨਹੀਂ ਕਹਿਣ ਡਿਆ, ਬਲਕਿ ਤੁਹਾਡੇ ਸਰੀਰ ਰੂਪੀ ਘਰ ਦੀ ਗੱਲ ਕਰਦਾ, ਤੁਹਾਡੀ ਗੱਲ ਕਰਦਾ ਕਿ ਤੁਹਾਡੇ ਜੀਵਨ 'ਚ ਧਨ ਉਹ ਜਿਹੜੇ ਮਨ ਦੇ ਸ਼ੁੱਧ ਨੇ, ਉਹੀ ਉਹਦੇ ਦਰਸ਼ਨ ਕਰਨਗੇ, ਉਹੀ ਉਹਨੂੰ ਵੇਖਣਗੇ। ਹਾਲੇਲੂਇਆ। ਪਰ ਸਾਡੇ ਤੰਬੂ 'ਚ ਕੀ ਆ? ਸਾਡੇ ਤੰਬੂ 'ਚ ਬੁਰਾਈ, ਝੂਠ, ਰੱਜ ਕੇ ਗੰਦਗੀ ਭਰੀ ਆ, ਰੱਜ ਕੇ ਉਹ ਚੀਜ਼ਾਂ ਭਰੀਆਂ ਨੇ ਜਿਹੜੀਆਂ ਚੰਗੀਆਂ ਨਹੀਂ ਆ, ਜਿਹੜੀਆਂ ਪਰਮੇਸ਼ਰ ਨੂੰ ਦੁੱਖ ਦਿੰਦੀਆਂ ਨੇ। ਰਾਖੇ ਦਾ ਕੰਮ ਅਲਰਟ ਕਰਨਾ ਮੇਰਾ ਫਰਜ਼ ਆ, ਤੁਹਾਨੂੰ ਚੇਤਾਵਨੀ ਦੇਣਾ ਮੇਰਾ ਫਰਜ਼, ਤੁਹਾਨੂੰ ਦੱਸਣਾ। ਜੇ ਨਾ ਮੰਨੋਗੇ ਸ਼ੈਤਾਨ ਨਾਸ਼ ਵੱਲ ਲੈ ਜਾਏਗਾ, ਨਰਕ ਦੇ ਕੰਢੇ ਤੇ ਜਾਓਗੇ। ਬਾਈਬਲ ਦੱਸਦੀ ਆ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ, ਆਪਣੇ ਲੋਕਾਂ ਨੂੰ ਕਿਹਾ, ਇੱਕ ਵਾਚਾ ਦਾ ਸੰਦੂਕ ਬਣਾ, ਇਸ ਤਰ੍ਹਾਂ ਸੋਨੇ ਨਾਲ ਉਹਨੂੰ ਮੜੀ, ਇਸ ਤਰ੍ਹਾਂ ਉਹਦੇ ਤੇ ਦੂਤ ਰੱਖੀ, ਉਹਦੇ ਵਿੱਚ ਆ ਚੀਜ਼ਾਂ ਰੱਖੀ, ਇੱਕ ਤੰਬੂ ਬਣਾ, ਹੁਣ ਮਿਲਾਪ ਵਾਲਾ ਤੰਬੂ ਬਣਾ, ਵਧੀਆ ਤੰਬੂ ਬਣਾ। ਉਸ ਤੰਬੂ ਦੇ ਵਿੱਚ
ਇਹ ਵਾਚਾ ਦਾ ਸੰਦੂਕ ਰੱਖੀ, ਉਹਦੇ ਵਿੱਚ ਆ ਚੀਜ਼ਾਂ ਹੋਣ तो तंबू में मेरी हजूरी आएगी, उस तंबू च मेरी प्रेजेंस आएगी, मैं उस तंबू च उतरांगा। मैनू नहीं पता कि अज साडे तंबुआ च बुराई आ कि परमेश्वर दी हजूरी आ। परमेश्वर चाहते ने जिवें मिलाप दे तंबू च परमेश्वर दी प्रेजेंस सी, हजूरी सी, तुहाडे तंबू दे विच शरीर रूपी तंबू दे विच परमेश्वर आ जाए, ओदी हजूरी आ जाए। हर बुराई नूं बाहर कढ दो अपने तंबू चों। गल समझ आई है? नहीं आई? जो ये साडा शरीर रूपी तंबू एक घर ढह जाएगा, प्रभु वालों स्वर्ग जिक वधिया घर मिलेगा। हालेलुया, शानदार घर मिलेगा। ये थोड़े समय का, ये थोड़े समय का, इत्ते यकीन करके, इत्ते पक्का भरोसा करके ना बैठो। कोई नहीं कह सकता मैं 100 साल जीवांगा या मैं इन्नी देर जीवांगा, कोई नहीं कह सकता, कोई पता नहीं है किसी का। ये तंबू कदों पड़ जाना। पर मैं एक बेनती करदा, खुदा दे दास अज तुहाडे तंबूआं नूं रिपेयर कर सकते हैं। संत पलूस की तरह तुहाडे तंबूआं नूं रिपेयर करनगे। गले तंबू, फटे तंबू प्रभु दा दास रिपेयर करदा। अज तुहाडे तंबू रिपेयर किए जाणगे। तंबूआं चों बुराई कढो बाहर। तुहाडे तंबू साफ होने चाहिए। तुहाडे तंबूआं चों बुराई नहीं होनी चाहिए। तुहाडे तंबूआं च गुनाह नहीं होना चाहिए। जिहड़ी गल यीशु मसीह ने कही उस गल दे उत्ते अमल करना है। तां मैं तुहानूं पहले वचन दिते कि राखे दा काम आ कि तुहानूं चेतावनी दे दी है, तुहानूं दस दिता जाए। कोई पता नहीं किस वेले किदे नाल की होने वाला। उहदे तो पहले अपने आप नूं ठीक करो, अपने आप नूं रिपेयर करो। तो तुहाडे तंबू च अज तो बाद परमेश्वर की हजूरी उतरे, खुदावंद की बंदगी उतरे, इत्थे परमेश्वर के दर्शनां की लोच होवे, तुहाडा मन शुद्ध होवे। इहदे विच कोई इस तरह की गल ना पाई जावे जिहड़ी प्रभु नूं चंगी नहीं लगदी, जिहड़ी परमेश्वर नूं दुख दिंदी आ, हर्ट करदी आ, तकलीफ दिंदी आ परमेश्वर नूं। वो इस तरह की कोई गल तुहाडे तंबू दे विच नहीं होनी चाहिए। बल्कि अज तो वो काम करने शुरू करो जो ठीक ने, वो बाइबल के अनुसार ने। जो वचन पढ़ना शुरू करो, बाइबल नूं पढ़ो, प्रार्थना करो। मैनूं पता अज सब लोग चमत्कारां ते बिलीव करते हैं, चमत्कार हो जान। पूरी दुनिया दे विच इस तरह के कौतक चलते पे ने। बड़े भविष्यवाणियां तो लोग बड़े यकीन करते हैं कि मेरे लिए भविष्यवाणी हो जाए, मेरे लिए प्रोफेसी हो जाए। एक पास्टर भविष्यवाणियां करता, वो पता किद्दां भविष्यवाणी करता? 6 बंदे उसकी कुर्सी में चुक के रखते हैं। 6 बंदे उसकी कुर्सी में चुक के रखते तो कुर्सी से बैठ के ना ऊपर हवा च भविष्यवाणी करता, वो थले पैर ही नहीं लाता। देखो तुम इहो जी भविष्यवाणियां ते यकीन करते हो। पास्टर बरजिंदर ने एक साबण बनाया दुआ करके, काले नूं गोरा कर दिंदा, काले नूं गोरा कर दिंदा। कोई लिया के दो मैनू भी यार, कोई तो जाओ, मैं तो जाना नहीं है, कोई तो लियाओ। पता है की है? ये सारिया चीज़ां वचन के खिलाफ ने। ये सब चीज़ां परमेश्वर के वचन के खिलाफ ने। तुहाडे तंबू च इहो जी कोई बुरी गल ना रहे। दुआ करो, तुहाडा परमेश्वर तुहाडियां जरूरतां पूरियां कर सकता है। वर्त रख के प्रार्थना करो, बाइबल पढ़ो। तुसी बाइबल नहीं पढ़ते, मैनू नहीं पता तुसी बाइबल क्यों नहीं पढ़ते, लेकिन तुसी बाइबल पढ़ो। पढ़दिया तुहाडा जीवन बदलेगा, तुहाडे जीवन च बदलाहट आएगी। परमेश्वर तुहानू आशीषित करनगे, परमेश्वर तुहाडे ते अनुग्रह करनगे, अपना मसा तुहाडे ते उंडेल देणगे। जिथे किते भी व्यवस्था पढ़ी गई, जिथे किते भी वचन पढ़िया गया, जिथे जिथे लोगों ने वचन ते अमल किया, उत्थे लोगों का जीवन स्वर्गी जीवन बन गया। पाप की मजदूरी मौत आ,
ਹਾਲੇਲੂਇਆ। ਪਾਪ ਦੀ ਮਜ਼ਦੂਰੀ ਮੌਤ ਆ, लेकिन मसीह विच हमेशा की जिंदगी आ।